गुड मॉर्निंग स्टूडेंट्स, प्यारे बच्चों। आज ਅਸੀਂ फैब्रिक स्ट्रक्चर सब्जेक्ट ਦਾ ਨੈਕਸਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜੋ ਹੈ ਸਾਡਾ ਸੈਲਵੇਜ। ਇਸ ਸੈਲਵੇਜ ਟੌਪਿਕ ਦੇ ਅੰਦਰ ਅਸੀਂ ਡਿਸਕਸ ਕਰਾਂਗੇ ਕਿ ਵਾਟ ਇਜ਼ ਸੈਲਵੇਜ, ਸੈਲਵੇਜ ਕੀ ਹੁੰਦਾ ਹੈ। ਨੈਕਸਟ, ਵਾਟ ਇਜ਼ ਦ ਰਿਕੁਆਇਰਮੈਂਟ ਆਫ ਦ ਸੈਲਵੇਜ, ਸੈਲਵੇਜ ਦੀ ਰਿਕੁਆਇਰਮੈਂਟ ਕੀ ਹੈ। ਤੇ ਇਸ ਦੇ ਅੰਦਰ ਅਸੀਂ ਡਿਸਕਸ ਕਰਾਂਗੇ ਮੇਨਲੀ ਦਾ ਟਕਿੰਗ ਸੈਲਵੇਜ ਤੇ ਲੀਨੋ ਸੈਲਵੇਜ। ਫਸਟ ਆਫ ਆਲ, ਵਾਟ ਇਜ਼ ਸੈਲਵੇਜ, ਸੈਲਵੇਜ ਕੀ ਹੁੰਦਾ ਹੈ। ਇਸ ਦੇ ਵਿੱਚ ਉਹ ਕਹਿ ਰਿਹਾ ਕਿ ਸੈਲਵੇਜ ਇਜ਼ ਦਾ ਐਜਿਸ of both side of the fabric along with the fabric length। ਹੁਣ ਜਦੋਂ ਵੀ ਅਸੀਂ ਵੀਵਿੰਗ ਮਸ਼ੀਨ ਦੇ ਉੱਤੇ ਕੱਪੜਾ ਬਣਾਉਂਦੇ ਆ ਤਾਂ ਅਸੀਂ ਕੱਪੜੇ ਦੀ ਦੋਨਾਂ ਐਂਡ ਦੇ ਉੱਤੇ ਅਸੀਂ ਇੱਕ ਥਿਕ ਸਰਫੇਸ ਜਾਂ ਇੱਕ ਮੋਟੀ ਲੇਅਰ ਅਸੀਂ ਕੱਪੜੇ ਦੇ ਐਂਡ ਦੇ ਉੱਤੇ ਬਣਾਉਂਦੇ ਆ ਜਿਸ ਨੂੰ ਅਸੀਂ ਸੈਲਵੇਜ ਕਹਿੰਦੇ ਆ। ਸੈਲਵੇਜ ਦੇ ਵਿੱਚ ਉਹ ਕਹਿੰਦਾ ਕਿ ਇਟ ਇਜ਼ ਦਾ ਐਜਿਸ of both side of the fabric along the fabric length। ਕੱਪੜੇ ਦੀ ਲੈਂਥ ਦੇ ਨਾਲ ਦੋਨਾਂ ਸਾਈਡ ਦੇ ਉੱਤੇ ਜਿਹੜੇ ਐਜਿਸ ਹੁੰਦੇ ਨੇ ਉਹਨਾਂ ਨੂੰ ਅਸੀਂ ਸੈਲਵੇਜ ਕਰਨੇ। ਜਿਸ ਤਰ੍ਹਾਂ ਤੁਸੀਂ ਇਸ ਫਿਗਰ ਵਿੱਚ ਦੇਖ ਪਾ ਰਹੇ ਹੋ, ਇਹ ਕੱਪੜੇ ਦੀ ਸਾਈਡ ਹੈ, ਐਂਡ ਹੈਗਾ, ਐਜਿਸ ਹੈਗੇ ਨੇ। ਇਹ ਜਿਹੜਾ ਇੰਨਾ ਹਿੱਸਾ ਬਣੇਦਾ ਇੱਥੋਂ ਲੈ ਕੇ ਇੱਥੇ ਤੱਕ, this is the selvage। ਇਸ ਨੂੰ ਅਸੀਂ ਕਿਨਾਰੇ ਨੂੰ ਅਸੀਂ ਸੈਲਵੇਜ ਕਰ ਦਿੰਦੇ। in a woven fabric roll the selvage is clearly visible। ਅਗਰ ਇੱਕ ਫੈਬਰਿਕ ਦਾ ਰੋਲ ਹੈਗਾ ਤਾਂ ਸੈਲਵੇਜ ਸਾਨੂੰ ਬਿਲਕੁਲ ਕਲੀਅਰਲੀ ਦਿਖਾਈ ਦੇ ਜਾਏਗਾ, ਕਿਉਂਕਿ ਸੈਲਵੇਜ ਜਿਹੜਾ ਹੁੰਦਾ ਹੈ ਉਹ ਮੋਟਾ ਹੁੰਦਾ ਹੈ ਐਜ਼ ਕੰਪੇਅਰ ਟੂ ਬਾਡੀ ਨਾਲੋਂ। ਮੇਨ ਜਿਹੜੀ ਕੱਪੜੇ ਦੀ ਬਾਡੀ ਬਣੀ ਹੁੰਦੀ, ਵਿਚਲਾ ਹਿੱਸਾ ਬਣਿਆ ਹੁੰਦਾ, ਉਹਦੇ ਨਾਲੋਂ ਸੈਲਵੇਜ ਦੀ ਮੋਟਾਈ ਜ਼ਿਆਦਾ ਹੁੰਦੀ ਹੈ। ਤੇ ਜਦੋਂ ਵੀ ਅਗਰ ਇਸ ਨੂੰ ਅਸੀਂ ਕੱਪੜੇ ਜਾਂ ਕਿਸੇ ਵੀ ਰੋਲ ਦੇ ਉੱਤੇ ਕੱਪੜੇ ਨੂੰ ਅਗਰ ਅਸੀਂ ਰੋਲ ਦੇ ਉੱਤੇ ਵਾਈਂਡ ਕਰਾਂਗੇ ਤਾਂ ਸੈਲਵੇਜ ਸਾਨੂੰ ਬਿਲਕੁਲ ਕਲੀਅਰਲੀ ਦਿਖਾਈ ਦੇ ਜਾਏਗਾ ਕਿ ਦੋਨਾਂ ਐਜਿਸ ਉੱਤੇ ਸੈਲਵੇਜ ਬਣੇਦਾ। ਨਾਰਮਲੀ ਦਾ ਸੈਲਵੇਜ are thicker and stronger than the other part of the body। ਕਿਉਂਕਿ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਕਿ ਸੈਲਵੇਜ ਜਿਹੜਾ ਹੁੰਦਾ ਉਹ ਮੋਟਾ ਬਣਿਆ ਹੁੰਦਾ ਹੈ, ਮੋਟਾ ਹੁੰਦਾ ਹੈ ਤੇ stronger ਹੁੰਦਾ ਹੈ than the other part of the body। in the selvage the warp yarn are placed closer। ਸੈਲਵੇਜ ਦੇ ਵਿੱਚ ਜਿਹੜੇ ਹੁੰਦੇ ਵਾਰਪ yarn ਜ਼ਿਆਦਾ close ਹੁੰਦੇ ਨੇ। and construction is more dense। ਤੇ construction ਇਸ ਦੇ ਵਿੱਚ ਵੀ ਜ਼ਿਆਦਾ more dense ਹੁੰਦੀ ਹੈ, ਠੀਕ ਹੈ, as compared to other part of the fabric। ਬਾਕੀ ਵਿਚਲੀ ਬਾਡੀ ਦੇ ਨਾਲੋਂ, ਇਹ ਵਿਚਲੀ ਬਾਡੀ ਦੇ ਨਾਲੋਂ ਸੈਲਵੇਜ ਦੇ ਅੰਦਰ ਧਾਗੇ ਜ਼ਿਆਦਾ ਕਲੋਜ਼ ਹੁੰਦੇ ਹਨ ਤੇ ਕੰਸਟਰਕਸ਼ਨ ਬੜੀ ਡੈਂਸ ਹੁੰਦੀ ਹੈ ਐਜ਼ ਕੰਪੇਅਰ ਟੂ ਬਾਕੀ ਬਾਡੀ ਦੇ ਨਾਲੋਂ, ਠੀਕ ਹੈ। ਇਸ ਕਰਕੇ ਜਿਹੜਾ ਸੈਲਵੇਜ ਸਾਡਾ ਹੁੰਦਾ ਉਹ ਮੋਟਾ ਹੁੰਦਾ ਹੈ ਐਜ਼ ਕੰਪੇਅਰ ਟੂ ਬਾਕੀ ਜਿਹੜੀ ਵਿਚਲੀ ਬਾਡੀ ਹੁੰਦੀ ਹੈ ਉਸ ਦੇ ਨਾਲੋਂ। ਸੋ ਇਹ ਸੀ ਵਾਟ ਇਜ਼ ਸੈਲਵੇਜ। ਨੈਕਸਟ ਹੈ ਰਿਕੁਆਇਰਮੈਂਟ ਆਫ ਸੈਲਵੇਜ। ਸੈਲਵੇਜ ਦੀ ਲੋੜ ਕਿਉਂ ਹੈ ਕੱਪੜੇ ਦੇ ਐਜਿਸ ਦੇ ਉੱਤੇ, ਕੱਪੜੇ ਦੇ ਐਂਡ ਦੇ ਉੱਤੇ ਸੈਲਵੇਜ ਰਿਕੁਆਇਰਡ ਕਿਉਂ ਹੈ। The basic function of the selvage is to lock the outside thread of a piece of cloth and so prevent fraying। basic selvage ਬਣਾਉਣ ਦਾ ਮੇਨ ਮਕਸਦ ਹੈਗਾ, ਮੇਨ ਫੰਕਸ਼ਨ ਹੈਗਾ ਕਿ ਜਿਹੜੇ ਧਾਗੇ ਕੱਪੜੇ ਦੇ ਐਂਡ ਤੇ ਹੈਗੇ ਨੇ ਉਹਨਾਂ ਨੂੰ ਲੌਕ ਕਰਨਾ ਤਾਂ ਕਿ ਉਹ ਖਿੱਲਰ ਨਾ ਸਕਣ, prevent fraying, ਉਹਨਾਂ ਨੂੰ ਮਤਲਬ ਖਰਾਬ ਨਾ ਹੋਣ ਦੇਵੇ। ਸੋ ਬੇਸਿਕ ਫੰਕਸ਼ਨ ਆਫ ਦਾ ਸੈਲਵੇਜ ਕਿ ਕੱਪੜੇ ਦੇ ਐਜਿਸ ਦੇ ਉੱਤੇ ਜਿਹੜੇ ਧਾਗੇ ਨਿਕਲਦੇ ਹਨ ਉਹਨਾਂ ਨੂੰ ਲੌਕ ਕਰਨਾ ਤੇ ਉਹਨਾਂ ਦੇ ਐਜਿਸ ਨੂੰ ਖਰਾਬ ਨਾ ਹੋਣ ਦੇਣਾ। ਸੋ ਮੇਨ ਰਿਕੁਆਇਰਮੈਂਟ ਆਫ ਦਾ ਫੈਬਰਿਕ ਸੈਲਵੇਜ ਆਰ ਸਟਰੋਂਗ ਇਨਫ ਟੂ ਵਿਥਸਟੈਂਡ ਦਾ ਸਟ੍ਰੇਨ ਡਿਊਰਿੰਗ ਦਾ ਫਿਨਿਸ਼ਿੰਗ ਪ੍ਰੋਸੈਸ। ਮੇਨ ਰਿਕੁਆਇਰਮੈਂਟ ਆਈ ਸੈਲਵੇਜ ਬਣਾਉਣੇ ਕਿਉਂ ਹੈ, ਕਿਉਂ ਇਸ ਦੀ ਰਿਕੁਆਇਰਮੈਂਟ ਬਣਦੀ ਹੈ, ਕਿਉਂਕਿ ਅਸੀਂ ਜਦੋਂ ਕੱਪੜਾ ਬਣਾ ਲੈਣੇ ਵੀਵਿੰਗ ਮਸ਼ੀਨ ਦੇ ਉੱਤੇ ਉਸ ਤੋਂ ਬਾਅਦ ਉਸ ਦੀ ਫਿਨਿਸ਼ਿੰਗ ਕੀਤੀ ਜਾਂਦੀ ਹੈ ਤਾਂ ਉਹ ਕਹਿੰਦਾ ਪਿਆ ਕਿ ਫੈਬਰਿਕ ਦਾ ਜਿਹੜਾ ਸੈਲਵੇਜ ਹੈ ਉਹ ਬੜਾ ਸਟਰੋਂਗ ਹੋਣਾ ਚਾਹੀਦਾ ਤਾਂ ਕਿ ਉਹ ਇੰਨਾ ਸਟਰੋਂਗ ਹੋਵੇ ਕਿ ਇਟ ਕੈਨ ਏਬਲ ਟੂ ਵਿਥਸਟੈਂਡ ਦਾ ਸਟ੍ਰੇਨ ਡਿਊਰਿੰਗ ਦਾ ਫਿਨਿਸ਼ਿੰਗ ਪ੍ਰੋਸੈਸ। ਫਿਨਿਸ਼ਿੰਗ ਪ੍ਰੋਸੈਸ ਦੇ ਦੌਰਾਨ ਜੋ ਵੀ ਕੱਪੜੇ ਦੇ ਉੱਤੇ ਸਟ੍ਰੇਨ ਆਉਂਦਾ ਹੈ, ਜਦੋਂ ਅਸੀਂ ਕੱਪੜੇ ਨੂੰ ਫਿਨਿਸ਼ਿੰਗ ਮਸ਼ੀਨ ਦੇ ਉੱਤੇ ਫਿਨਿਸ਼ ਕਰਦੇ ਹਾਂ ਤਾਂ ਕੱਪੜੇ ਦੇ ਐਜਿਸ ਦੇ ਉੱਤੇ ਖਿੱਚ ਪੈਂਦੀ ਹੈ। ਤਾਂ ਉਹ ਅਗਰ ਸਾਡਾ ਕੱਪੜੇ ਦਾ ਐਜ ਅਗਰ ਸਟਰੋਂਗ ਹੋਏਗਾ, ਉਹ ਕਿਸ ਤਰ੍ਹਾਂ ਸਟਰੋਂਗ ਹੁੰਦਾ ਜਦੋਂ ਅਸੀਂ ਉਹਨੂੰ ਸੈਲਵੇਜ ਬਣਾਉਂਦੇ ਹਾਂ, ਅਗਰ ਕੱਪੜੇ ਦੇ ਐਜਿਸ ਸਟਰੋਂਗ ਹੋਣਗੇ ਤਾਂ ਉਹ ਫਿਨਿਸ਼ਿੰਗ ਪ੍ਰੋਸੈਸ ਦੇ ਦੌਰਾਨ ਜੋ ਵੀ ਸਟ੍ਰੇਨ ਉਸ ਕੱਪੜੇ ਦੇ ਉੱਤੇ ਆਉਂਦਾ ਤਾਂ ਉਸ ਨੂੰ ਈਜ਼ੀਲੀ ਵਿਥਸਟੈਂਡ ਕਰ ਪਾਉਂਦੇ ਨੇ। ਸੈਲਵੇਜ ਸ਼ੁੱਡ ਹੈਵ ਏ ਨੀਟ ਐਂਡ ਕਲੀਨ ਅਪੀਅਰੈਂਸ। ਜੋ ਵੀ ਸੈਲਵੇਜ ਅਸੀਂ ਕੱਪੜੇ ਦੇ ਐਜਿਸ ਦੇ ਉੱਤੇ ਬਣਾਉਂਦੇ ਹਾਂ ਉਹ ਬੜਾ ਨੀਟ ਤੇ ਯੂਨੀਫਾਰਮ ਅਪੀਅਰੈਂਸ ਦਾ ਹੋਣਾ ਚਾਹੀਦਾ ਹੈ, ਠੀਕ ਹੈ। Uniform to allow garment manufacture
to line up one edges of the fabric layer upon a layer so that many layers can be cut simultaneously and accurately. Next ਅਸੀਂ ਇਹ ਸੈਲਵੇਜ ਮੇਨ ਰਿਕੁਆਇਰਮੈਂਟ ਇਸ ਦੀ ਕਿਉਂ ਪੈਂਦੀ ਹੈ ਕਿਉਂਕਿ ਅਸੀਂ ਜਦੋਂ ਗਾਰਮੈਂਟ ਜਦੋਂ ਇੱਕ ਰੈਡੀਮੇਡ ਗਾਰਮੈਂਟ ਬਣਾਉਣਾ ਹੁੰਦਾ ਹੈ ਤਾਂ ਇੱਕ ਗਾਰਮੈਂਟ ਇੰਡਸਟਰੀ ਦੇ ਵਿੱਚ ਕੀ ਹੈ ਜਦੋਂ ਵੀ ਗਾਰਮੈਂਟ ਇੰਡਸਟਰੀ ਦੇ ਵਿੱਚ ਅਸੀਂ ਜਦੋਂ ਇਹ ਮਸ਼ੀਨ ਤੇ ਕੱਪੜਾ ਬਣਾ ਲੈਣੇ ਤੇ ਇਹ ਕੱਪੜੇ ਤੋਂ ਅਸੀਂ ਲੈ ਕੇ ਗਾਰਮੈਂਟ ਇੰਡਸਟਰੀ ਦੇ ਵਿੱਚ ਚੱਲ ਜਾਂਦੇ ਹਾਂ ਗਾਰਮੈਂਟ ਇੰਡਸਟਰੀ ਦੇ ਵਿੱਚ ਜਾ ਕੇ ਕੱਪੜੇ ਦੀ ਕਿੰਨੀਆਂ ਲੇਅਰਸ ਇੱਕ ਦੂਸਰੇ ਦੇ ਉੱਤੇ ਰੱਖ ਦਿੰਦੇ ਹਨ ਰੱਖਣ ਤੋਂ ਬਾਅਦ ਇਹਨਾਂ ਦੀ ਇਕੱਠੇ ਬਲਕ ਦੇ ਵਿੱਚ ਕਟਿੰਗ ਕੀਤੀ ਜਾਂਦੀ ਹੈ ਤੇ ਉਹ ਇਕੱਠੇ ਬਲਕ ਦੇ ਵਿੱਚ ਕਟਿੰਗ ਤਦ ਹੀ ਅੱਛੀ ਤਰ੍ਹਾਂ ਹੋਏਗੀ ਅਗਰ ਅਸੀਂ ਫੈਬਰਿਕ ਦੇ ਐਜਿਸ ਨੂੰ ਅੱਛੀ ਤਰ੍ਹਾਂ ਹਰ ਇੱਕ ਫੈਬਰਿਕ ਅਗਰ ਮੰਨ ਲਓ 100 ਫੈਬਰਿਕ ਹੈਗਾ ਉਸ ਨੂੰ ਇੱਕ ਦੂਸਰੇ ਦੇ ਉੱਤੇ ਰੱਖਦਾ ਹੈ ਤੇ ਉਹਨਾਂ ਨੂੰ ਇੱਕ ਦੂਸਰੇ ਦੇ ਉੱਤੇ ਰੱਖਣ ਤੋਂ ਬਾਅਦ ਉਹਨਾਂ ਦੇ ਐਜਿਸ ਨੂੰ ਮਿਲਾਇਆ ਜਾਂਦਾ ਹੈ with the help of ਜਿਹੜਾ ਵੀ ਅਸੀਂ ਇਹ ਫੈਬਰਿਕ ਦੇ ਐਂਡ ਤੇ ਸੈਲਵੇ ਬਣਾਉਂਦੇ ਸੈਲਵੇਜ ਟੂ ਸੈਲਵੇਜ ਅਸੀਂ ਉਹ ਸਾਰੀ ਲੇਅਰਸ ਨੂੰ ਫੈਬਰਿਕ ਦੀ ਜਿੰਨੀ ਵੀ ਲੇਅਰਸ ਆ ਉਹਨਾਂ ਨੂੰ ਮਿਲਾ ਕੇ ਫਿਰ ਉਹਨਾਂ ਦੀ ਕਟਿੰਗ ਕੀਤੀ ਜਾਂਦੀ ਹੈ ਉਹ ਜਿਹੜੀ ਕਟਿੰਗ ਇਸ ਵੇ ਦੇ ਨਾਲ ਸੈਲਵੇਜ ਟੂ ਸੈਲਵੇਜ ਕੱਪੜੇ ਨੂੰ ਮਿਲਾ ਕੇ ਅਸੀਂ ਜਿਹੜੀ ਕਟਿੰਗ ਕਰਦੇ ਹਾਂ ਇਸ ਦੇ ਨਾਲ ਫਾਇਦਾ ਕੀ ਹੈ ਕਿ ਮੈਨੀ ਲੇਅਰਸ ਕੈਨ ਬੀ ਕੱਟ ਸਾਈਮਲਟੇਨੀਅਸਲੀ ਐਂਡ ਐਕੂਰੇਟਲੀ ਤੇ ਇਸ ਤਰ੍ਹਾਂ ਜਿਹੜੀਆਂ ਫੈਬਰਿਕ ਦੀ ਜਿੰਨੀਆਂ ਵੀ ਲੇਅਰਸ ਹੈਗੀਆਂ ਅਗਰ ਅਸੀਂ ਐਜਿਸ ਨੂੰ ਪ੍ਰੋਪਰ ਮਿਲਾ ਦਾਂਗੇ ਅਗਰ ਉਸ ਤੋਂ ਬਾਅਦ ਕਟਿੰਗ ਕਰਾਂਗੇ ਤਾਂ ਉਸ ਦੇ ਨਾਲ ਸਾਡੀ ਜਿਹੜੀ ਆਲ ਲੇਅਰਸ ਆ ਉਹ ਬੜੇ ਐਕੂਰੇਟਲੀ ਵੇ ਨਾਲ ਅਸੀਂ ਈਜ਼ੀਲੀ ਕੱਟ ਕਰ ਸਕਦੇ ਹਾਂ ਇਹ ਉਸ ਚੀਜ਼ ਦੇ ਵਿੱਚ ਕਹਿ ਰਹੇ ਹੁਣ ਨੈਕਸਟ ਅਸੀਂ ਡਿਸਕਸ ਕਰਾਂਗੇ ਟਕਿੰਗ ਸੈਲਵੇਜ ਤੇ ਅਸੀਂ ਮਸ਼ੀਨ ਦੇ ਉੱਤੇ ਟਕਿੰਗ ਸੈਲਵੇਜ ਕਿਸ ਤਰ੍ਹਾਂ ਬਣਾਉਣੀ ਹੈ Tucking device is an auxiliary device applied to repair projectile, air jet and other shutterless loom for the formation of tucking selvage. ਜਿਹੜਾ ਅਸੀਂ ਟਕਿੰਗ ਸੈਲਵੇਜ ਜਿਹੜਾ ਅਸੀਂ ਕੱਪੜੇ ਦੇ ਐਜਿਸ ਉੱਤੇ ਬਣਾਉਂਦੇ ਹਾਂ ਇਸ ਲਈ ਅਸੀਂ ਇੱਕ ਟਕਿੰਗ ਡਿਵਾਈਸ ਯੂਜ਼ ਕਰਦੇ ਹਾਂ this is your tucking device ਜੋ ਕਿ ਇੱਕ auxiliary motion ਹੈ ਜੋ ਕਿ ਇੱਕ auxiliary device ਹੈ ਇਹ ਕੱਪੜੇ ਦੇ ਦੋਨਾਂ ਐਜਿਸ ਉੱਤੇ on the weaving machine ਫਿੱਟ ਕੀਤਾ ਜਾਂਦਾ ਹੈ ਕਿਹੜੀ ਮਸ਼ੀਨ ਤੇ ਰੇਪੀਅਰ ਲੂਮ ਤੇ ਪ੍ਰੋਜੈਕਟਾਈਲ ਲੂਮ ਤੇ 에ਅਰ ਜੈਟ ਲੂਮ ਤੇ ਬਾਕੀ ਮਸ਼ੀਨਾਂ ਤੇ ਇਹ ਵਾਲਾ ਟਕਿੰਗ ਡਿਵਾਈਸ ਫਿੱਟ ਕੀਤਾ ਜਾਂਦਾ ਕੱਪੜੇ ਦੇ ਐਜਿਸ ਤੇ ਬੋਥ ਸਾਈਡ ਤੇ ਫॉर ਦੀ ਫਾਰਮੇਸ਼ਨ ਆਫ ਟਕਡ ਸੈਲਵੇਜ ਫੈਬਰਿਕ ਨੈਕਸਟ ਉਹ ਕਹਿ ਰਿਹਾ when the weft cutter cut weft thread after the insertion of pick ਜਿਹੜੀ ਵੀ ਸ਼ਟਰਲੈਸ ਲੂਮ ਤੇ ਅਸੀਂ ਜਦੋਂ ਪਿਕ ਇਨਸਰਟ ਕਰਦੇ ਹਾਂ ਤਾਂ ਇਹ ਟਕਿੰਗ ਡਿਵਾਈਸ ਇਹ ਜਿਹੜਾ ਟਕਿੰਗ ਡਿਵਾਈਸ ਹੈਗਾ ਇਹ ਕੱਪੜੇ ਦੇ ਦੋਨਾਂ ਐਜਿਸ ਤੇ ਅਸੀਂ ਫਿੱਟ ਕਰ ਦਿੰਦੇ ਹਾਂ तो जो पिक पैन तो बाद जो वेफ्ट कटर होंगे जो वेफ्ट ਨੂੰ दोनों साइड तो कटदा है a tail of weft is left outside the fabric edges जो ही वेफ्ट पिक पैन तो बाद वेफ्ट ਨੂੰ ਕੱਟੇਗਾ ਤਾਂ वेफ्ट ਦੀ ਥੋੜੀ ਟੇਲ ਕੱਪੜੇ ਦੇ ਦੋਨਾਂ ਐਜਸ ਦੇ ਉੱਤੇ ਰਹਿ ਜਾਏਗੀ ਐਂਡ ਬਿਕਮਸ ਏ ਰਫ ਐਜ ਫੈਬਰਿਕ ਅਗਰ ਅਸੀਂ ਇਸ वेफ्ट ਦੇ ਥ੍ਰੈਡ ਨੂੰ ਜਿਹਨੂੰ ਕੱਟ ਦਿੱਤਾ ਗਿਆ ਕਟਰ ਦੇ ਨਾਲ ਅਗਰ ਇਹ ਬਾਹਰ ਰਹੇਗਾ ਤਾਂ ਉਸ ਦੇ ਨਾਲ ਸਾਡਾ ਜਿਹੜਾ ਫੈਬਰਿਕ ਦਾ ਜਿਹੜਾ ਐਜ ਹੈ ਉਹ ਰਫ ਰਹਿ ਜਾਏਗਾ ਠੀਕ ਹੈ ਉਹ ਬਾਹਰ ਹੀ ਇਸ ਤਰ੍ਹਾਂ ਖਿਲਰਦਾ ਰਹੇਗਾ ਜਿਸ ਨੂੰ ਅਸੀਂ ਪੰਜਾਬੀ ਤੁਹਾਨੂੰ ਮੈਂ ਦੱਸ ਰਿਹਾ ਸੋ ਅਗਰ ਉਹ ਬਾਹਰ ਰਹੇਗਾ ਉਸ ਦੇ ਨਾਲ ਕੀ ਹੋਏਗਾ ਕਿ ਆਫਟਰ ਦੀ ਇੰਸਟਾਲੇਸ਼ਨ ਆਫ ਟਕਿੰਗ ਡਿਵਾਈਸ ਅਗਰ ਮਸ਼ੀਨ ਦੇ ਉੱਤੇ ਇਹ ਵਾਲਾ ਟਕਿੰਗ ਡਿਵਾਈਸ ਲੱਗਾ ਹੋਏਗਾ ਉਸ ਦੇ ਨਾਲ ਕੀ ਹੋਏਗਾ ਦੀ ਵੈਫਟ ਟੇਲ ਆਊਟਸਾਈਡ ਦਾ ਫੈਬਰਿਕ ਐਜ will be inserted in the shed with the crocket hook ਅਗਰ ਸਾਡੀ ਮਸ਼ੀਨ ਤੇ ਇਹ ਵਾਲਾ ਟਕਿੰਗ ਡਿਵਾਈਸ ਲੱਗਾ ਹੋਏਗਾ ਉਸ ਦੇ ਨਾਲ ਕੀ ਹੋਏਗਾ ਕਿ ਜਿਹੜਾ ਵੈਫਟ ਆਫਟਰ ਦੀ ਕਟਿੰਗ ਫੈਬਰਿਕ ਦੇ ਦੋਨਾਂ ਐਜਿਸ ਦੇ ਉੱਤੇ ਰਹਿ ਜਾਂਦਾ ਹੈ ਫੈਬਰਿਕ ਟੇਲ ਆਫਟਰ ਦਾ ਕਟਿੰਗ ਜਿਹੜੀ ਫੈਬਰਿਕ ਟੇਲ ਧਾਗੇ ਦੀ ਜਿਹੜੀ ਥੋੜੀ ਲੈਂਥ ਹੈ ਜੋ ਕੱਪੜੇ ਦੇ ਦੋਨਾਂ ਐਜਿਸ ਦੇ ਉੱਤੇ ਰਹਿ ਜਾਂਦੀ ਹੈ ਉਸ ਨੂੰ ਅਸੀਂ ਈਜ਼ੀਲੀ ਇਨਸਰਟ ਕਰ ਸਕਦੇ ਹਾਂ ਇਨ ਦਾ ਸ਼ੈਡ ਵਿਦ ਦੀ ਹੈਲਪ ਆਫ ਦਿਸ ਕ੍ਰੌਕਡ ਹੁਕਡ ਜਾਂ ਟਕਿੰਗ ਨੀਡਲ ਜਿਸ ਤਰ੍ਹਾਂ ਤੁਸੀਂ ਇਹ ਉੱਤੇ ਡਾਇਗਰਾਮ ਦੇ ਵਿੱਚ ਦੇਖ ਪਾ ਰਹੇ ਹੋ ਕਿ ਇਹ ਵਾਲੇ ਧਾਗੇ ਦੀ ਲਾਸਟ ਪਿਕ ਪਈ ਸੀ ਇਹ ਧਾਗੇ ਦੀ ਲਾਸਟ ਪਿਕ ਪਈ ਸੀ ਇੱਥੇ ਧਾਗਾ ਕੱਟਿਆ ਗਿਆ ਸੀ ਪਰ ਜੋ ਹੀ ਨੈਕਸਟ ਪਿਕ ਪਈ ਇਹ ਵਾਲੀ ਲੇਟੈਸਟ ਪਿਕ ਪਈ ਤਾਂ ਇਸ ਦੇ ਸ਼ੈਡ ਦੇ ਵਿੱਚ ਹੀ ਜਿਹੜਾ ਪਿਛਲੀ ਸ਼ੈਡ ਜਿਹੜਾ ਇਹ ਵਾਲਾ ਧਾਗਾ ਕੱਟਿਆ ਗਿਆ ਸੀ ਇਹ ਧਾਗਾ ਸੀ ਇਹ ਵਾਲਾ ਲੈਂਥ ਮੈਂ ਐਕਸਟੈਂਡ ਕਰ ਦਿੰਦਾ ਜਦੋਂ ਨੈਕਸਟ ਪਿਕ ਇਹ ਵਾਲੀ ਪਈ ਮੰਨ ਲਓ ਇਹ 1 ਨੰਬਰ ਇਹ ਸਾਡੀ ਇਹ ਵਾਲੀ ਪਿਕ ਪਈ 1 ਨੰਬਰ ਇਹ ਲਾਸਟ ਸਾਡੀ 2 ਨੰਬਰ ਪਿਕ ਆਲਰੇਡੀ ਪੈ ਚੁੱਕੀ ਸੀ ਇਹ 2 ਨੰਬਰ ਪਿਕ ਸੀ ਤਾਂ ਜਦੋਂ 1 ਨੰਬਰ ਪਿਕ ਪਈ ਤਾਂ ਉਸੇ ਸ਼ੈਡ ਦੇ ਵਿੱਚ ਜਿਹੜਾ ਪਿਛਲਾ ਜਿਹੜਾ ਧਾਗੇ ਦਾ ਜਿਹੜਾ ਟੇਲ ਰਹਿ ਗਿਆ ਸੀ ਧਾਗੇ ਦਾ ਥੋੜਾ ਪੀਸ ਰਹਿ ਗਿਆ ਸੀ ਉਸੇ ਸ਼ੈਡ ਦੇ ਵਿੱਚ ਹੀ ਇਹ ਘੁੰਮ ਕੇ ਇਹ ਵਾਲਾ ਧਾਗਾ ਇਨਸਰਟ ਹੋ ਜਾਂਦਾ ਹੈ 1 ਨੰਬਰ ਸ਼ੈਡ ਦੇ ਵਿੱਚ ਆ 1 ਨੰਬਰ ਸ਼ੈਡ ਹੈ ਆ 1 ਨੰਬਰ ਸ਼ੈਡ ਹੈ ਤੇ ਇਹ 2 ਨੰਬਰ ਸ਼ੈਡ ਹੈ
2 ਨੰਬਰ ਸ਼ੈਡ ਦੇ ਵਿੱਚ ਆਲਰੇਡੀ ਪਿਕ ਪੈ ਚੁੱਕੀ ਹੈ, ਉਹਦੀ ਟੇਲ ਇੱਥੇ ਫਲੇ ਕਰਦੀ ਪਈ ਹੈ। ਇਹ ਟੇਲ ਮੰਨ ਲਓ ਹਲੇ ਇੱਥੇ ਹੀ ਹੈ। ਜੋ ਹੀ 1 ਨੰਬਰ ਪਿਕ ਪਈ, ਇਹ 1 ਨੰਬਰ ਪਿਕ ਪੈ ਗਈ ਹੈ, ਉਹਦਾ ਸ਼ੈਡ ਖੁੱਲਿਆ, 1 ਨੰਬਰ ਪਿਕ ਪੈ ਗਈ। 1 ਨੰਬਰ ਸ਼ੈਡ ਦੇ ਵਿੱਚ ਹੀ ਇਹ ਵਾਲਾ ਧਾਗਾ ਘੁੰਮ ਕੇ ਇਹ ਹੁੱਕ ਇਹ ਵਾਲਾ ਧਾਗਾ ਫੜ ਕੇ, ਜਿਹੜਾ ਧਾਗਾ 2 ਨੰਬਰ ਦਾ ਬਾਹਰ ਰਹਿ ਗਿਆ ਸੀ ਉਸਨੂੰ ਘੁਮਾ ਕੇ 1 ਨੰਬਰ ਸ਼ੈਡ ਦੇ ਅੰਦਰ ਹੀ ਇਨਸਰਟ ਕਰ ਦੇਗੀ। ਇਸ ਤਰ੍ਹਾਂ ਸਾਡਾ ਜਿਹੜਾ ਇਹ ਵਾਲਾ ਸੈਲਵੇਜ ਹੈ, ਇਹ ਸੈਲਵੇਜ ਬਣਾਉਂਦਾ ਹੈ। ਸੈਲਵੇਜ ਸਾਡਾ ਦੇਖੋ ਡਬਲ ਹੋ ਜਾਏਗਾ, ਹਰ ਸ਼ੈਡ ਦੇ ਵਿੱਚ ਡਬਲ ਪਿਕਸ ਹੋਣਗੀਆਂ। ਇਹ ਦੇਖੋ ਹਰ ਸ਼ੈਡ ਦੇ ਵਿੱਚ ਡਬਲ ਪਿਕਸ ਹੈ, ਬਟ ਬੋਡੀ ਦੇ ਵਿੱਚ ਸਿੰਗਲ ਪਿਕ ਹੈ, ਪਰ ਸੈਲਵੇਜ ਦੇ ਵਿੱਚ ਡਬਲ ਪਿਕ ਹੈ, ਕਿਉਂਕਿ ਪਿਛਲੀ ਪਿਕ ਦਾ ਜਿਹੜਾ ਕੱਟਿਆ ਹੋਇਆ ਧਾਗਾ ਹੈ ਉਹ ਅਗਲੀ ਪਿਕ ਦੇ ਸ਼ੈਡ ਦੇ ਵਿੱਚ ਇਨਸਰਟ ਹੋ ਜਾਂਦਾ ਹੈ। ਇਹ ਤੁਸੀਂ ਦੇਖੋ ਇਹ ਚੀਜ਼ ਹਰ ਇੱਕ ਸ਼ੈਡ ਦੇ ਵਿੱਚ ਸੈਲਵੇਜ ਦੇ ਵਿੱਚ ਡਬਲ ਪਿਕ ਹੈ, ਬਟ ਬੋਡੀ ਦੇ ਵਿੱਚ ਸਿੰਗਲ ਪਿਕ ਹੈ, ਕਿਉਂਕਿ ਪਿਛਲੀ ਪਿਕ ਦਾ ਧਾਗਾ ਜੋ ਹੀ ਕੱਟਿਆ ਹੁੰਦਾ ਹੈ ਉਹ ਅਗਲੀ ਸ਼ੈਡ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈ ਵਿਦ ਦੀ ਹੈਲਪ ਆਫ ਦਿਸ ਟਕਿੰਗ ਨੀਡਲ। ਇਹ ਟਕਿੰਗ ਨੀਡਲ ਪਿਛਲੀ ਸ਼ੈਡ ਦੇ ਵਿੱਚ ਜਿਹੜਾ ਇਹ ਪਿਛਲੀ 2 ਨੰਬਰ ਸ਼ੈਡ ਦੇ ਵਿੱਚ ਜਿਹੜਾ ਧਾਗਾ ਜਿਹੜਾ ਬਾਹਰ ਆ ਜਾਂਦਾ ਉਸ ਨੂੰ ਫੜ ਕੇ ਅਗਲੇ ਸ਼ੈਡ ਦੇ ਵਿੱਚ ਹੀ ਇਨਸਰਟ ਕਰ ਦਿੰਦੀ ਹੈ। ਇਸ ਕਰਕੇ ਸੈਲਵੇਜ ਦੇ ਵਿੱਚ ਦੋਹਰਾ ਧਾਗਾ ਆਉਂਦਾ ਹੈ ਤੇ ਬੋਡੀ ਦੇ ਵਿੱਚ ਸਿੰਗਲ ਹੀ ਨਾਰਮਲ ਧਾਗਾ ਆਉਂਦਾ ਹੈ। ਸੋ ਵਿਦ ਦੀ ਹੈਲਪ ਆਫ ਦਿਸ ਕ੍ਰੌਕਡ ਹੁੱਕ ਔਰ ਟਕਿੰਗ ਨੀਡਲ ਅਸੀਂ ਉਹ ਵਾਲਾ ਧਾਗਾ ਜਿਹੜਾ ਬਾਹਰ ਹੁੰਦਾ ਹੈ, ਵੈਫਟ ਟੇਲ ਹੁੰਦੀ ਹੈ, ਉਸ ਨੂੰ ਫੈਬਰਿਕ ਦੇ ਐਜ ਦੇ ਵਿੱਚ ਇਨਸਰਟ ਕਰ ਦਿੰਦਾ ਹੈ। Then woven into the fabric edges by beater mechanism and forming a neat and clean selvage। ਜਦੋਂ ਇਹ ਵਾਲੀ ਟਕਿੰਗ ਨੀਡਲ ਪਿਛਲਾ ਵੈਫਟ ਦੇ ਧਾਗੇ ਨੂੰ ਲੈ ਕੇ ਅਗਲੇ ਨੈਕਸਟ ਸ਼ੈਡ ਦੇ ਵਿੱਚ ਇਨਸਰਟ ਕਰ ਦਿੰਦੀ ਹੈ, ਤਾਂ ਇਨਸਰਟ ਕਰਨ ਤੋਂ ਬਾਅਦ ਬੀਟਿੰਗ ਅਪ ਮੈਕੈਨਿਜ਼ਮ ਉਸ ਨੂੰ ਕੀ ਹੈ ਬੀਟ ਕਰ ਦਿੰਦਾ ਹੈ, ਤੇ ਇੱਕ ਸਾਡੇ ਕੋਲ ਇਸ ਦੇ ਨਾਲ ਕੀ ਹੁੰਦਾ ਨੀਟ ਐਂਡ ਕਲੀਨ ਸੈਲਵੇਜ ਫਾਰਮੇਸ਼ਨ ਹੁੰਦਾ ਕੱਪੜੇ ਦੇ ਐਜਿਸ ਤੇ। ਐਜ਼ ਅ ਰਿਜ਼ਲਟ ਦਾ ਵੈਬ ਡੈਂਸਿਟੀ ਇਜ਼ ਡਬਲਡ ਇਨ ਦਾ ਸੈਲਵੇਜ ਏਰੀਆ। ਇਸ ਕਰਕੇ ਜਿਹੜੀ ਵੈਫਟ ਦੀ ਡੈਂਸਿਟੀ ਹੈ ਉਹ ਸੈਲਵੇਜ ਏਰੀਆ 'ਚ ਡਬਲ ਹੋ ਜਾਂਦੀ ਹੈ। ਇਹ ਦੇਖੋ ਸੈਲਵੇਜ ਏਰੀਆ 'ਚ ਵੈਫਟ ਡਬਲ ਹੈਗਾ, ਇਹ ਜਗ੍ਹਾ ਤੇ ਡਬਲ ਹੈਗਾ। ਇਹ ਡਬਲ ਕਿਉਂ ਹੁੰਦਾ ਹੈ? ਕਿਉਂਕਿ ਪਿਛਲੀ ਪਿਕ ਤੇ ਜਿਹੜਾ ਧਾਗਾ ਕੱਟਿਆ ਹੁੰਦਾ ਹੈ, ਜਦੋਂ ਨੈਕਸਟ ਪਿਕ ਕੱਪੜੇ 'ਚ ਪੈ ਜਾਂਦੀ ਹੈ ਤਾਂ ਇਹ ਆਫਟਰ ਕਟਿੰਗ ਟਕਿੰਗ ਨੀਡਲ ਅੱਗੇ ਆਉਂਦੀ ਤਾਂ ਪਿਛਲੀ ਜਿਹੜਾ ਪਿਛਲਾ ਧਾਗਾ ਜਿਹੜਾ ਰਿਹਾ ਹੁੰਦਾ ਉਸ ਨੂੰ ਵੀ ਸੇਮ ਸ਼ੈਡ ਦੇ ਵਿੱਚ ਇਨਸਰਟ ਕਰ ਦਿੰਦੀ ਹੈ, ਤੇ ਇਸ ਕਰਕੇ ਸਾਡਾ ਸੈਲਵੇਜ ਏਰੀਆ ਦੇ ਵਿੱਚ ਸਾਡਾ ਜਿਹੜਾ ਧਾਗੇ ਦੀ ਜਿਹੜੀ ਡੈਂਸਿਟੀ ਹੈ ਉਹ ਡਬਲ ਹੋ ਜਾਂਦੀ ਹੈ ਐਸ ਕੰਪੇਅਰ ਟੂ ਬਾਕੀ ਬੋਡੀ ਨਾਲੋਂ। ਠੀਕ ਹੈ। The appearance and grade of the fabric are improved। अगर साडा सैलवेज अच्छा बने होगा तो कपड़े की appearance भी अच्छी होगी, उसका grade भी अच्छा होएगा। Salvage tucking device are commonly used in the weaving of high-end fabric and most commonly applied in the worsted spinning industry। ये जड़ा tucking device है most commonly used in the weaving of high-end fabric, high quality fabric बनाने ਲਈ use ਕੀਤਾ ਜਾਂਦਾ ਹੈ ਤੇ worsted industry ਦੇ ਵਿੱਚ ਵੀ ਕਾਫੀ use ਕੀਤਾ ਜਾਂਦਾ ਹੈ। ਹੁਣ ਜਿਸ ਤਰ੍ਹਾਂ ਤੁਹਾਨੂੰ ਮੈਂ ਇਸ ਡਾਇਗਰਾਮ ਦੇ ਹੈਲਪ ਦੇ ਨਾਲ ਥੋੜਾ ਸਮਝਾਉਣਾ ਚਾਹ ਰਿਹਾ ਹਾਂ ਕਿ ਆਹ ਦੇਖੋ ਸੇਮ ਸ਼ੈਡ ਦੇ ਵਿੱਚ ਆ ਦੇਖੋ ਇਹ ਡਬਲ ਐਂਡ ਸੈਲਵੇਜ ਦੇ ਐਂਡ ਤੇ ਆ ਦੇਖੋ ਡਬਲ ਪਿਕ ਹੋਈ ਦੀ ਹੈ, ਕਿਉਂਕਿ ਪਿਛਲਾ ਟੇਲ ਐਂਡ ਲੈ ਕੇ ਆ ਦੇਖੋ ਇਹ ਸੇਮ ਸ਼ੈਡ ਹੈ, ਇਹ ਸੇਮ ਸ਼ੈਡ ਹੈ। ਸੇਮ ਸ਼ੈਡ ਦੇ ਵਿੱਚ ਪਿਛਲੀ ਟੇਲ ਪਿਛਲਾ ਜਿਹੜੀ ਪਿਕ ਪਈ ਸੀ ਉਹਦੀ ਟੇਲ ਤੇ ਇਹ ਜਿਹੜੀ ਨੈਕਸਟ ਪਿਕ ਪਈ ਹੈ ਸੇਮ ਸ਼ੈਡ ਦੇ ਵਿੱਚ, ਇਹ ਦੇਖੋ ਇੱਥੇ ਵੀ ਦੇਖ ਸਕਦੇ ਹੋ ਸੇਮ ਸ਼ੈਡ, ਇਹ ਦੇਖੋ ਸੇਮ ਸ਼ੈਡ ਹੈ। ਇੱਥੇ ਪਿਛਲੀ ਟੇਲ ਪਿਛਲਾ ਜਿਹੜੀ ਪਿਕ ਪਈ ਸੀ ਉਹਦੀ ਟੇਲ ਪਲੱਸ ਇਹ ਨਿਊ ਪਿਕ ਇਹ ਸੇਮ ਸ਼ੈਡ ਦੇ ਵਿੱਚ ਪਈ ਹੈ। ਇਸ ਕਰਕੇ ਇਹ ਜਿਹੜਾ ਸੈਲਵੇਜ ਦਾ ਏਰੀਆ ਹੈ, ਦਿਸ ਇਜ਼ ਯੋਰ ਸੈਲਵੇਜ ਏਰੀਆ, ਇਹ ਜ਼ਿਆਦਾ ਥਿਕ ਬਣ ਜਾਂਦਾ ਹੈ ਐਸ ਕੰਪੇਅਰ ਟੂ ਇਹ ਬਾਕੀ ਬੋਡੀ ਨਾਲ। ਇਹ ਬੋਡੀ ਹੈ ਬਟ ਸੈਲਵੇਜ ਏਰੀਆ ਜ਼ਿਆਦਾ ਥਿਕ ਹੋ ਜਾਂਦਾ ਹੈ ਕਿਉਂਕਿ ਉਹਦੇ ਇੱਕ ਸ਼ੈਡ ਦੇ ਵਿੱਚ ਧਾਗਿਆਂ ਦੀ ਡੈਂਸਿਟੀ ਜ਼ਿਆਦਾ ਹੋ ਜਾਂਦੀ ਹੈ, ਇੱਕ ਸ਼ੈਡ ਦੇ ਵਿੱਚ ਡਬਲ ਧਾਗੇ ਹੋ ਜਾਂਦੇ ਨੇ। ਇਸ ਕਰਕੇ ਜਿਹੜਾ ਸੈਲਵੇਜ ਦਾ ਏਰੀਆ ਉਹ ਮੋਟਾ ਹੁੰਦਾ ਹੈ ਐਸ ਕੰਪੇਅਰ ਟੂ ਬਾਕੀ ਮੇਨ ਬੋਡੀ ਨਾਲੋਂ। ਇਹ ਦੇਖੋ ਜਿਸ ਤਰ੍ਹਾਂ ਇਹ ਡਾਇਗਰਾਮ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ, ਜਿਸ ਤਰ੍ਹਾਂ ਤੁਹਾਡੀ ਸੋਲਜਰ ਲੂਮ ਹੈ, ਠੀਕ ਹੈ, ਇਹ ਗਾਈਡ ਹੁੰਦੇ ਹਨ ਤੇ ਇਹ ਉਸਦੇ ਚ ਆ ਦੇਖੋ ਟਕਿੰਗ ਡਿਵਾਈਸ ਵਿੱਚ ਇਹ ਵਾਲੀ ਹੁੱਕ ਯੂਜ਼ ਕੀਤੀ ਜਾਂਦੀ ਹੈ। ਦਿਸ ਇਜ਼ ਯੋਰ ਟਕਿੰਗ ਨੀਡਲ। ਇਹ ਟਕਿੰਗ ਨੀਡਲ ਇਹ ਸਪੈਸ਼ਲ hooked needle driven by cam produces after cutting the insertion of protruding thread end into the subsequent shed then form the stronger edges। वही वो चीज सेम कह रहे हैं
कि यह जिहड़ी टकिंग नीडल है इसनूं कंट्रोल टकिंग डिवाइस दे विच इसनूं कंट्रोल कौन करदा है कैम मैकेनिज्म ਉਹਦੇ ਵਿੱਚ ਫਿੱਟ ਹੁੰਦਾ ਹੈ। ਕਹਿੰਦਾ ਜਦੋਂ ਵੈਫਟ ਦਾ ਧਾਗਾ ਪਿਕ ਇਨਸਰਟ ਵੈਫਟ ਦੇ ਧਾਗੇ ਦੇ ਨਾਲ ਅਸੀਂ ਪਿਕ ਇਨਸਰਟ ਕਰ ਲੈਨੇ ਕਟਰ ਦੋਨਾਂ ਐਜਿਸ ਦੇ ਉੱਤੋਂ ਵੈਫਟ ਦੇ ਧਾਗੇ ਨੂੰ ਕੱਟ ਦਿੰਦਾ ਹੈ ਆਫਟਰ ਕਟਿੰਗ ਜਦੋਂ ਕਟਰ ਵੈਫਟ ਦੇ ਧਾਗੇ ਨੂੰ ਕੱਟ ਦਿੰਦਾ ਹੈ ਆਫਟਰ ਪਿਕਿੰਗ the insertion of the protruding end into the subsequent shed ਤੇ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਜਿਹੜਾ ਧਾਗਾ ਕੱਪੜੇ ਦੇ ਐਜਿਸ ਤੋਂ ਬਾਹਰ ਆ ਜਾਂਦਾ ਉਸ ਨੂੰ ਕੱਪੜੇ ਦੇ ਐਜਿਸ ਦੇ ਵਿੱਚ ਇਨਸਰਟ ਕਰਦਾ ਕੌਣ ਇਹ ਟਕਿੰਗ ਨੀਡਲ ਤੇ ਐਜ ਦੇ ਨਾਲ ਕੀ ਹੈ ਸਾਡਾ ਜਿਹੜਾ ਸਟਰੋਂਗਰ ਐਜ ਫਾਰਮ ਹੁੰਦਾ ਕਿਉਂਕਿ ਕੱਪੜੇ ਦੇ ਐਜਿਸ ਜਾਂ ਸੈਲਵੇਜ ਦੇ ਵਿੱਚ ਇੱਕ ਸ਼ੈਡ ਦੇ ਵਿੱਚ ਦੋ ਧਾਗੇ ਆ ਜਾਂਦੇ ਨੇ ਧਾਗੇ ਦੀ ਡੈਂਸਿਟੀ ਵੱਧ ਜਾਂਦੀ ਹੈ ਇਸ ਕਰਕੇ ਸਾਡਾ ਜਿਹੜਾ ਸੈਲਵੇਜ ਹੈ ਉਹ ਸਟਰੋਂਗਰ ਬਣ ਜਾਂਦਾ ਹੈ ਠੀਕ ਹੈ ਇਸ ਕਰਕੇ ਉਹ ਮੋਟਾ ਹੁੰਦਾ ਹੈ ਸੈਲਵੇਜ ਕਿਉਂਕਿ ਉਸਦੇ ਇੱਕ ਸ਼ੈਡ ਦੇ ਵਿੱਚ ਦੋ ਪਿਕਸ ਆ ਜਾਂਦੀਆਂ ਇੱਕ ਤਾਂ ਪਿਛਲਾ ਜਿਹੜਾ ਧਾਗਾ ਕੱਟਿਆ ਹੁੰਦਾ ਉਹਦੀ ਟੇਲ ਪਲੱਸ ਨਿਊ ਪਿਕਸ ਇਸ ਦੇ ਨਾਲ ਸਾਡਾ ਕੀ ਹੈ ਇੱਕ ਸ਼ੈਡ ਦੇ ਵਿੱਚ ਦੋ ਪਿਕਸ ਆ ਜਾਂਦੀਆਂ ਜਿਸ ਕਰਕੇ ਸਾਡਾ ਸੈਲਵੇਜ ਏਰੀਆ ਜਿਹੜਾ ਹੁੰਦਾ ਮੋਟਾ ਹੋ ਜਾਂਦਾ ਸਟਰੋਂਗ ਹੋ ਜਾਂਦਾ with the most common method of projecting weft tail is tucked in the form of hairpin to a predetermined length of 10 to 15 mm ਇਹ ਜਿਹੜੀ ਧਾਗਾ ਜਿਹੜਾ ਪਿਛਲੀ ਪਿਕ ਦਾ ਜਿਹੜਾ ਕੱਟਿਆ ਗਿਆ ਇਹ ਦੇਖੋ ਇਹ ਧਾਗਾ ਇੰਨਾ ਪ੍ਰੋਟਰੂਡ ਹੋ ਜਾਂਦਾ ਬਾਹਰ ਆਫਟਰ ਕਟਿੰਗ ਇੰਨਾ ਧਾਗਾ ਰਹਿ ਜਾਂਦਾ ਇਸ ਧਾਗੇ ਨੂੰ ਅਸੀਂ ਅੰਦਰ ਨੈਕਸਟ ਪਿਕ ਦੇ ਵਿੱਚ ਇਨਸਰਟ ਕਰ ਦਿੰਦੇ ਇਨ ਦੀ ਫਾਰਮ ਆਫ ਹੇਅਰ ਪਿਨ ਜਿਸ ਨਾਲ ਅਸੀਂ ਬਾਲਾਂ ਤੇ ਪਿਨ ਨਹੀਂ ਲਗਾਉਂਦੇ ਲੇਡੀਜ਼ ਪਿਨ ਲਗਾਉਂਦੀਆਂ ਹੁਕਸ ਲਗਾਉਂਦੀਆਂ ਆਪਣੇ ਬਾਲਾਂ ਦੇ ਉੱਤੇ ਉਸੇ ਤਰ੍ਹਾਂ ਇਸ ਨੂੰ ਹੇਅਰ ਪਿਨ ਇਹ ਹੇਅਰ ਪਿਨ ਦੀ ਫਾਰਮ ਦੇ ਵਿੱਚ ਅੰਦਰ ਇਨਸਰਟ ਹੋ ਜਾਂਦਾ ਦੀ ਟੇਲ ਜਿਹੜੀ ਇਹ ਵਾਲੀ ਟੇਲ ਇਹ ਤੁਹਾਡੀ ਟੇਲ ਹੈ ਪਿਛਲੀ ਪਿਕ ਦੀ ਜਿਹੜੀ ਬਾਹਰ ਰਹਿ ਗਈ ਸੀ ਉਸ ਨੂੰ ਅਸੀਂ ਸੈਲਵੇਜ ਦੇ ਅੰਦਰ ਟਕਡ ਕਰ ਦਿੰਦੇ ਇਨ ਦੀ ਜਿਸ ਤਰ੍ਹਾਂ ਅਸੀਂ ਹੇਅਰ ਪਿਨ ਜਿਸ ਤਰ੍ਹਾਂ ਅਸੀਂ ਬਾਲਾਂ ਦੇ ਵਿੱਚ ਹੇਅਰ ਪਿਨ ਲਗਾਉਂਦੇ ਕਿੰਨੀ ਲੈਂਥ ਹੁੰਦੀ ਹੈ ਜਿਹੜੀ ਹੇਅਰ ਪਿਨ ਅੰਦਰ ਇਨਸਰਟ ਹੁੰਦੀ ਹੈ ਵਾਲੀ ਇਹਦੀ 10 to 15 mm ਲੈਂਥ ਹੁੰਦੀ ਹੈ ਇਨਟੂ ਦਾ ਨੈਕਸਟ ਵੀਵ ਸ਼ੈਡ ਜਦੋਂ ਨੈਕਸਟ ਪਿਕ ਪੈਂਦੀ ਹੈ ਤਾਂ ਉਸ ਦੇ ਅੰਦਰ ਇਹ ਵਾਲੀ ਜਿਹੜੀ ਟੇਲ ਪਿਛਲੀ ਪਿਕ ਦੀ ਜਿਹੜੀ ਬਾਹਰ ਰਹਿ ਜਾਂਦੀ ਹੈ ਉਸ ਨੂੰ ਅਸੀਂ ਨੈਕਸਟ ਪਿਕ ਦੇ ਅੰਦਰ ਇਨਸਰਟ ਕਰ ਦਿੰਦੇ ਵੀਵ ਕਰ ਦਿੰਦੇ ਇਨ ਦੀ ਫਾਰਮ ਆਫ ਹੇਅਰ ਪਿਨ ਇਹ ਜਿਹੜੀ ਹੇਅਰ ਪਿਨ ਹੈ ਇਸ ਦੀ ਲੈਂਥ ਹੁੰਦੀ ਹੈ 10 to 15 mm ਐਂਡ ਦਿਸ ਗਿਵਸ ਏ ਫਰਮ ਐਂਡ ਕਲੀਨ ਸੈਲਵੇਜ ਇਹ ਸਾਨੂੰ ਕੀ ਇਸ ਤਰ੍ਹਾਂ ਫਰਮ ਤੇ ਨੀਟ ਸੈਲਵੇਜ ਸਾਨੂੰ ਕੱਪੜੇ ਦੇ ਐਜਿਸ ਤੇ ਫਾਰਮ ਕਰਦਾ ਹੈ ਠੀਕ ਹੈ ਇਹ ਸੀ ਸਾਡਾ ਟਕਿੰਗ ਸੈਲਵੇਜ ਨੈਕਸਟ ਹੈ ਸਾਡਾ ਲੀਨੋ ਸੈਲਵੇਜ ਦੇ ਵਿੱਚੋਂ ਕੀ ਕਰ ਰਿਹਾ ਲੀਨੋ ਸੈਲਵੇਜ ਇਜ਼ ਫਾਰਮਡ by one or more pair of strong highly tensioned end that interface with the weft on the Lino principle ਲੀਨੋ ਸੈਲਵੇਜ ਕੰਦਾ ਇਹ ਦੇਖੋ ਇਹ ਮੇਨ ਬੋਡੀ ਬੰਦੀ ਵੀ ਹੈ ਲੀਨੋ ਕੱਪੜੇ ਦੇ ਵਿੱਚ ਇਹ ਲੀਨੋ ਸੈਲਵੇਜ ਹੈ ਇਹ ਲੀਨੋ ਹੈ ਮੇਨ ਲੀਨੋ ਦਾ ਕੱਪੜਾ ਬੰਦਾ ਪਿਆ ਦਿਸ ਇਜ਼ ਯੋਰ ਸੈਲਵੇਜ ਇਹ ਸੈਲਵੇਜ ਬੰਦਾ ਪਿਆ ਕੱਪੜੇ ਦੇ ਐਂਡ ਦੇ ਉੱਤੇ ਇਹ ਤੇ ਮੇਨ ਬੋਡੀ ਬੰਦੀ ਵੀ ਹੈ ਇਹ ਤੁਹਾਡੀ ਮੇਨ ਬੋਡੀ ਬੰਦੀ ਵੀ ਹੈ ਬਟ ਜਿਹੜਾ ਸੈਲਵੇਜ ਹੈ ਉਹ ਇਹ ਵਾਲਾ ਏਰੀਆ ਬੰਦਾ ਪਿਆ ਇਹ ਦੇਖੋ ਇਹ ਸੈਲਵੇਜ ਬੰਦਾ ਪਿਆ ਲੀਨੋ ਸੈਲਵੇਜ ਦੇ ਵਿੱਚੋਂ ਕੀ ਕਹਿ ਰਿਹਾ ਇਟ ਇਜ਼ ਫਾਰਮਡ ਬਾਈ ਵਨ ਔਰ ਮੋਰ ਪੇਅਰ ਆਫ ਸਟਰੋਂਗ ਹਾਈਲੀ ਟੈਂਸ਼ਨਡ ਐਂਡ ਇਹ ਜਿਹੜੇ ਦੋ ਵਾਰਪ ਧਾਗੇ ਤੁਸੀਂ ਦੇਖ ਰਹੇ ਹੋ ਇੱਕ ਦੂਸਰੇ ਦੇ ਆਲੇ ਦੁਆਲੇ ਕ੍ਰਾਸ ਕਰਦੇ ਪਏ ਨੇ ਇਹ ਦੇਖੋ ਇਹ ਦੋ ਤਰ੍ਹਾਂ ਦੇ ਵਾਰਪ ਹੁੰਦੇ ਨੇ ਇੱਕ ਇਹ ਵਾਲਾ ਲੈਫਟ ਹੈਂਡ ਇੱਕ ਰਾਈਟ ਹੈਂਡ ਸਾਈਡ ਤੇ ਇੱਕ ਲੈਫਟ ਹੈਂਡ ਸਾਈਡ ਤੇ ਇਹ ਵੈਫਟ ਦੇ ਆਲੇ ਦੁਆਲੇ ਇਸ ਤਰ੍ਹਾਂ ਕ੍ਰਾਸ ਹੁੰਦੇ ਨੇ ਇਹ ਤੁਸੀਂ ਕ੍ਰਾਸਿੰਗ ਦੇਖ ਪਾ ਰਹੇ ਹੋ ਤੇ ਇਹ ਜਿਹੜੇ ਦੋ ਧਾਗੇ ਹੁੰਦੇ ਨੇ ਇਹ ਹਾਈਲੀ ਸਟਰੋਂਗ ਹੁੰਦੇ ਨੇ ਟੈਂਸ਼ਨ ਹੁੰਦੇ ਨੇ that interface with the weft on the Lino principle ਜੋ ਕਿ ਵੈਫਟ ਦੇ ਨਾਲ ਇੰਟਰਫੇਸ ਕਰਦੇ ਨੇ ਜਾਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਇੰਟਰਲੇਸ ਕਰਦੇ ਨੇ ਔਨ ਦਾ ਲੀਨੋ ਪ੍ਰਿੰਸੀਪਲ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਿਆ ਹੈ ਕਿ ਲੀਨੋ ਦੇ ਵਿੱਚ ਕੀ ਹੈ ਧਾਗਿਆਂ ਦੀ ਕ੍ਰਾਸਿੰਗ ਹੁੰਦੀ ਹੈ ਇੱਕ ਧਾਗਾ ਦੋ ਤਰ੍ਹਾਂ ਦੇ ਧਾਗੇ ਹੁੰਦੇ ਹਨ ਇੱਕ ਰਾਈਟ ਹੈਂਡ ਸਾਈਡ ਤੇ ਹੁੰਦਾ ਇੱਕ ਲੈਫਟ ਹੈਂਡ ਸਾਈਡ ਤੇ ਹੁੰਦਾ ਰਾਈਟ ਹੈਂਡ ਸਾਈਡ ਵਾਲਾ ਧਾਗਾ ਲੈਫਟ ਹੈਂਡ ਸਾਈਡ ਵੱਲ ਮੂਵ ਕਰਦਾ ਹੈ ਤੇ ਲੈਫਟ ਹੈਂਡ ਸਾਈਡ ਵਾਲਾ ਧਾਗਾ ਰਾਈਟ ਹੈਂਡ ਸਾਈਡ ਵੱਲ ਕ੍ਰਾਸਿੰਗ ਕਰਦਾ ਹੈ ਵਿੱਚ ਵੈਫਟ ਦੇ ਨਾਲ ਇੰਟਰਲੇਸ ਕਰਕੇ तो इस तरह ਇਹ ਕੱਪੜੇ ਦੇ ਵਿੱਚ ਓਪਨ ਸਟਰਕਚਰ ਕ੍ਰੀਏਟ ਕਰਦੇ ਹਨ ਸੋ ਇਹ ਵਾਲੇ ਧਾਗੇ ਜੋ ਕਿ ਇਹ ਦੋ ਵਾਰ ਦੇ ਧਾਗੇ ਹਨ ਇੱਕ ਲੈਫਟ ਹੈਂਡ ਸਾਈਡ ਤੇ ਇੱਕ ਰਾਈਟ ਹੈਂਡ ਸਾਈਡ ਤੇ ਇਹ ਵੈਫਟ ਇਨਸਰਟ ਹੋ ਰਿਹਾ ਦਿਸ ਇਜ਼ ਯੋਰ ਵੈਫਟ ਇਨਸਰਟ ਹੋ ਰਿਹਾ ਇਹ ਦੋਨੇ ਵਾਰ ਦੇ ਧਾਗੇ ਇੱਕ ਦੂਸਰੇ ਨਾਲ ਇਸ ਤਰ੍ਹਾਂ ਕ੍ਰਾਸ ਕਰਦੇ ਨੇ ਇਹ ਦੇਖੋ ਇਹ ਕ੍ਰਾਸ ਕਰਦੇ ਪਏ ਨੇ ਦੋਨੇ ਜਿਹੜਾ ਲੈਫਟ ਵਾਲਾ ਧਾਗਾ ਉਹ ਰਾਈਟ ਸਾਈਡ ਵੱਲ ਮੂਵ ਕਰਦਾ ਪਿਆ ਜਿਹੜਾ ਰਾਈਟ ਸਾਈਡ ਵਾਲਾ ਧਾਗਾ ਉਹ ਲੈਫਟ ਸਾਈਡ ਵੱਲ ਮੂਵ ਕਰਦਾ ਪਿਆ ਠੀਕ ਹੈ ਤੇ ਵੈਫਟ ਨੂੰ ਵਿੱਚ ਲੈ ਕੇ ਇੰਟਰਲੇਸ ਕਰਕੇ ਵੈਫਟ ਜਿਹੜਾ ਲੈਫਟ ਹੈਂਡ ਸਾਈਡ ਵਾਲਾ ਧਾਗਾ ਉਹ ਕ੍ਰਾਸਿੰਗ ਕਰਕੇ ਵੈਫਟ ਦੇ ਉੱਤੋਂ ਜਾ ਰਿਹਾ
ਜਿਹੜਾ ਰਾਈਟ ਹੈਂਡ ਸਾਈਡ ਵਾਲਾ ਧਾਗਾ ਉਹ ਕ੍ਰੋਸਿੰਗ ਕਰਕੇ ਵੈਫਟ ਦੇ ਨੀਚੇ ਜਾ ਰਿਹਾ। ਇਸ ਤਰ੍ਹਾਂ ਇਹ ਧਾਗੇ ਆਪਸ ਚ ਕ੍ਰਾਸ ਕਰਕੇ ਵੈਫਟ ਦੇ ਧਾਗੇ ਦੇ ਨਾਲ ਇੰਟਰਫੇਸ ਲੈ ਕੇ ਓਪਨ ਸਟਰਕਚਰ ਕ੍ਰੀਏਟ ਕਰਦੇ ਹਨ। ਠੀਕ ਹੈ। The warp thread are crossed and interwoven into the edges of the fabric। ਇਸ ਤਰ੍ਹਾਂ ਇਹ ਵਾਰ ਦੇ ਧਾਗੇ ਕ੍ਰਾਸ ਕਰਦੇ ਹਨ and interwoven into the edges of the fabric ਤੇ ਫੈਬਰਿਕ ਦੇ ਐਜ ਦੇ ਉੱਤੇ ਇਹ ਇੰਟਰਵੀਵ ਹੁੰਦੇ ਹਨ। These salvages are obtained by binding the weft with strong additional thread working in gauze weave। ਇਹ ਜਿਹੜਾ ਸੈਲਵੇਜ, this is your salvage, gauze and lino salvage, ਇਹ ਵਾਲਾ ਸੈਲਵੇਜ। ਹੁਣ ਇਹ ਸੈਲਵੇਜ ਕੱਪੜੇ ਦੇ ਐਂਡ ਤੇ ਫਾਰਮ ਹੁੰਦਾ ਹੈ by binding the weft with strong additional thread working in gauze weave। ਇਹ ਜਿਹੜਾ ਕੱਪੜੇ ਦੇ ਐਜਸ ਉੱਤੇ ਇਹ ਵਾਲਾ ਜਿਹੜਾ ਸੈਲਵੇਜ ਫਾਰਮ ਹੁੰਦਾ ਹੈ, ਤੁਹਾਨੂੰ ਆਲਰੇਡੀ ਦੱਸਿਆ ਕਿ ਇਹ ਦੋ ਧਾਗੇ ਹੀ ਯੂਜ਼ ਕਰਦੇ ਹਨ ਜਿਹੜੇ ਕਿ ਬੜੇ ਸਟਰੋਂਗ ਹੁੰਦੇ ਹਨ ਤੇ ਇਹ ਦੋਨੇ ਧਾਗੇ ਗੌਜ਼ ਵੀਵ ਦੇ ਫਾਰਮ ਦੇ ਵਿੱਚ ਵਰਕ ਕਰਦੇ ਹਨ। ਠੀਕ ਹੈ। with the interface of weft ਵਿੱਚ ਇੰਟਰਲੇਸ ਕਰਾ ਕੇ ਇਹ ਦੋਨੇ ਧਾਗੇ ਆਪਸ ਚ ਕ੍ਰਾਸਿੰਗ ਕਰਕੇ ਕੱਪੜੇ ਦੇ ਨਾਲ ਇਹ ਵਾਲਾ ਕੱਪੜੇ ਦੇ ਐਂਡ ਤੇ ਇਹ ਵਾਲਾ ਸੈਲਵੇਜ ਫਾਰਮ ਕਰਦੇ ਹਨ। The lino gauze system is optionally suited for heavy fabric, blanket and wall covering। ਇਸ ਤਰ੍ਹਾਂ ਦਾ ਜਿਹੜਾ ਲੀਨੋ ਸੈਲਵੇਜ ਹੈ ਉਹ ਕੀ ਹੈ, ਹੈਵੀ ਫੈਬਰਿਕ ਵਾਸਤੇ, ਬਲੈਂਕਟ ਵਾਸਤੇ, ਵਾਲ ਕਵਰਿੰਗ ਵਾਸਤੇ ਮੋਸਟਲੀ ਯੂਜ਼ ਕੀਤਾ ਜਾਂਦਾ ਹੈ। They are made with special lino weaving harness। Obviously ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਲਰੇਡੀ ਗੌਜ਼ ਐਂਡ ਲੀਨੋ ਵੀ ਪੜ੍ਹੀ ਦੀ ਹੈ, ਤਾਂ ਗੌਜ਼ ਐਂਡ ਲੀਨੋ ਜਦੋਂ ਅਸੀਂ ਕੱਪੜੇ ਦੇ ਵਿੱਚ ਬਣਾਉਂਦੇ ਹਾਂ ਤਾਂ ਅਸੀਂ ਇਹਦੇ ਵਿੱਚ ਸਪੈਸ਼ਲ ਹੀਲਡ ਯੂਜ਼ ਕਰਦੇ ਹਾਂ। ਤੇ ਉਹੀ ਉਹ ਇਸ ਚੀਜ਼ ਦੇ ਵਿੱਚ ਕਹਿ ਰਿਹਾ ਹੈ ਕਿ ਇਹ ਜਿਹੜਾ ਸੈਲਵੇਜ ਦੇ ਉੱਤੇ ਅਸੀਂ ਇਹ ਵਾਲਾ ਜਿਹੜਾ ਲੀਨੋ ਸੈਲਵੇਜ ਬਣਾ ਰਹੇ ਹਾਂ, ਕੱਪੜੇ ਦੇ ਵਿੱਚ ਜਿਹੜਾ ਐਂਡ ਤੇ ਐਜਸ ਦੇ ਉੱਤੇ ਅਸੀਂ ਜਿਹੜਾ ਲੀਨੋ ਸੈਲਵੇਜ ਬਣਾ ਰਹੇ ਹਾਂ, ਇਸ ਦੇ ਵਿੱਚ ਅਸੀਂ ਸਪੈਸ਼ਲ ਹਾਰਨਸ ਯੂਜ਼ ਕਰਦੇ ਹਾਂ। ਜਦੋਂ ਵੀ ਧਾਗੇ ਇੱਕ ਦੂਸਰੇ ਤੋਂ ਕ੍ਰਾਸ ਕਰਾਣੇ ਹੁੰਦੇ ਹਨ, ਰਾਈਟ ਟੂ ਲੈਫਟ ਮੂਵ ਕਰਨਾ ਤੇ ਲੈਫਟ ਟੂ ਰਾਈਟ ਮੂਵ ਕਰਨਾ, ਤਾਂ ਅਸੀਂ ਇਹਨਾਂ ਧਾਗਿਆਂ ਨੂੰ ਕੰਟਰੋਲ ਕਰਨ ਲਈ ਵੀ ਇੱਕ ਸਪੈਸ਼ਲ ਲੀਨੋ ਹਾਰਨਸ ਯੂਜ਼ ਕਰਦੇ ਹਾਂ। The lino salvage is used on some shuttle loom also। ਤੇ ਇਹ ਵਾਲਾ ਜਿਹੜਾ ਲੀਨੋ ਸੈਲਵੇਜ ਹੈ ਇਹ ਸ਼ਟਲ ਲੂਮ ਤੇ ਵੀ ਅਸੀਂ ਯੂਜ਼ ਕਰਦੇ ਹਾਂ। ਸੋ ਅਗਰ ਮੈਂ ਇਸ ਨੂੰ ਆਲ ਓਵਰ ਸਮਰਾਈਜ਼ ਕਰਾਂ, ਟਕਿੰਗ ਸੈਲਵੇਜ ਦੇ ਵਿੱਚ ਕੀ ਹੈ ਕਿ ਜਦੋਂ ਵੈਫਟ ਦੀ ਪਿਕ ਕੱਪੜੇ 'ਚ ਇਨਸਰਟ ਹੋ ਜਾਂਦੀ ਹੈ, ਕੱਪੜੇ ਦੇ ਦੋਨਾਂ ਸਾਈਡ ਤੇ ਕਟਰ ਹੁੰਦਾ ਹੈ, ਪਿਕ ਇਨਸਰਟ ਹੋਣ ਤੋਂ ਬਾਅਦ ਕਟਰ ਉਸ ਨੂੰ ਕੱਟ ਦਿੰਦਾ ਹੈ। ਕੱਟਣ ਤੋਂ ਬਾਅਦ ਟਕਿੰਗ ਨੀਡਲ ਮੂਵ ਕਰਦੀ ਹੈ, ਉਨੀ ਦੇ ਵਿੱਚ ਸਾਡੇ ਕੋਲ ਨੈਕ ਸ਼ੈਡ ਓਪਨ ਹੋ ਜਾਂਦਾ ਹੈ। ਨੈਕ ਸ਼ੈਡ ਦੇ ਵਿੱਚ ਜੋ ਹੀ ਨਵੀਂ ਪਿਕ ਬਣਦੀ ਹੈ ਤੇ ਨਾਲ ਹੀ ਜਿਹੜਾ ਪਿਛਲੀ ਪਿਕ ਦਾ ਜਿਹੜਾ ਟੇਲ ਹੁੰਦਾ, ਜਿਹੜਾ ਕਟਰ ਪਿਛਲੀ ਪਿਕ ਜਿਹੜੀ ਪਈ ਹੁੰਦੀ ਹੈ ਉਸਦੀ ਟੇਲ ਜਿਹੜੀ ਬਾਹਰ ਹੁੰਦੀ ਹੈ, ਤਾਂ ਟਕਿੰਗ ਨੀਡਲ ਉਸ ਨੂੰ ਫੜ ਕੇ ਨਵੇਂ ਸ਼ੈਡ ਦੇ ਵਿੱਚ ਇਨਸਰਟ ਕਰ ਦਿੰਦੀ ਹੈ। ਤਾਂ ਇਸ ਕਰਕੇ ਜਿਹੜਾ ਸੈਲਵੇਜ ਦੇ ਵਿੱਚ ਜਿਹੜਾ ਸਾਡਾ ਸੈਲਵੇਜ ਦੇ ਵਿੱਚ ਇੱਕ ਸ਼ੈਡ ਦੇ ਵਿੱਚ ਦੋ ਧਾਗੇ ਆ ਜਾਂਦੇ ਹਨ, ਜਿਸ ਕਰਕੇ ਸੈਲਵੇਜ ਦਾ ਜਿਹੜਾ ਏਰੀਆ, ਜਿਹੜਾ ਸੈਲਵੇਜ ਹੈ ਉਹ ਸਾਡਾ ਮੋਟਾ ਹੋ ਜਾਂਦਾ ਹੈ ਤੇ ਸਟਰੋਂਗ ਹੋ ਜਾਂਦਾ ਹੈ ਐਜ਼ ਕੰਪੇਅਰ ਟੂ ਬੋਡੀ ਪਾਰਟਸ ਨਾਲੋਂ, ਮੇਨ ਬੋਡੀ ਨਾਲੋਂ। ਤੇ ਲੀਨੋ ਸੈਲਵੇਜ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਲੀਨੋ ਸੈਲਵੇਜ ਹੈ ਅਸੀਂ ਕੱਪੜੇ ਦੇ ਉੱਤੇ ਫਾਰਮ ਕਰਦੇ ਹਾਂ ਐਟ ਦਾ ਐਜਿਸ ਆਫ ਦਾ ਫੈਬਰਿਕ। ਇਹ ਅਸੀਂ ਵਿਦ ਦੀ ਹੈਲਪ ਆਫ ਲੀਨੋ ਡਿਵਾਈਸ ਦੇ ਨਾਲ ਫਾਰਮ ਕਰਦੇ ਹਾਂ। ਹੁਣ ਤੁਹਾਨੂੰ ਪਤਾ ਹੈ ਕਿ ਕੱਪੜੇ ਵਿੱਚ ਅਗਰ ਅਸੀਂ ਲੀਨੋ ਟਾਈਪ ਕੋਈ ਵੀ ਫਾਰਮੇਸ਼ਨ ਕਰਨੀ ਹੈ ਤਾਂ ਉਹਦੇ ਲਈ ਸਾਨੂੰ ਸਪੈਸ਼ਲ ਹਾਰਨਸ ਯੂਜ਼ ਕਰਨੀ ਪੈਂਦੀਆਂ ਨੇ, ਉਹ ਅਸੀਂ ਸਪੈਸ਼ਲ ਹਾਰਨਸ ਇਸ ਦੇ ਵਿੱਚ ਵੀ ਯੂਜ਼ ਕਰਾਂਗੇ। ਇਸ ਲੀਨੋ ਸੈਲਵੇਜ ਦੇ ਵਿੱਚ ਕੀ ਹੈ ਕਿ ਦੋ ਅਸੀਂ ਹਾਈਲੀ ਟੈਂਸ਼ਨ ਯਾਨ ਯੂਜ਼ ਕਰਦੇ ਹਾਂ, ਤਾਂ ਉਹ ਦੋਨੇ ਧਾਗੇ ਕੀ ਹੈ ਇੱਕ ਦੂਸਰੇ ਨੂੰ ਕ੍ਰਾਸ ਕਰਦੇ ਨੇ। ਰਾਈਟ ਹੈਂਡ ਸਾਈਡ ਵਾਲਾ ਧਾਗਾ, ਵਾਰਪ ਦਾ ਧਾਗਾ ਲੈਫਟ ਹੈਂਡ ਸਾਈਡ ਵੱਲ ਮੂਵ ਕਰੇਗਾ ਤੇ ਲੈਫਟ ਹੈਂਡ ਸਾਈਡ ਵਾਲਾ ਵਾਰਪ ਧਾਗਾ ਕ੍ਰਾਸ ਕਰੇਗਾ ਐਂਡ ਇਟ ਵਿਲ ਮੂਵ ਟੂ ਦਾ ਰਾਈਟ ਹੈਂਡ ਸਾਈਡ। ਤੇ ਵੈਫਟ ਨੂੰ ਵਿੱਚ ਲੈ ਕੇ, ਵੈਫਟ ਨੂੰ ਇਹ ਦੇਖੋ ਇੱਥੇ ਵਿੱਚ ਲੈ ਕੇ ਲੈਫਟ ਹੈਂਡ ਸਾਈਡ ਵਾਲਾ ਧਾਗਾ ਰਾਈਟ ਸਾਈਡ ਵੱਲ ਮੂਵ ਕੀਤਾ ਬਟ ਵੈਫਟ ਦੇ ਉੱਤੋਂ, ਤੇ ਰਾਈਟ ਹੈਂਡ ਸਾਈਡ ਵਾਲਾ ਧਾਗਾ ਲੈਫਟ ਹੈਂਡ ਸਾਈਡ ਵੱਲ ਕ੍ਰਾਸ ਕੀਤਾ ਹੈ ਬਟ ਵੈਫਟ ਦੇ ਨੀਚੋਂ। ਇਸ ਤਰ੍ਹਾਂ ਉਹਨਾਂ ਦੀ ਇੰਟਰਲੇਸਮੈਂਟ ਵੀ ਹੋ ਜਾਂਦੀ ਹੈ ਤੇ ਵੈਫਟ ਦੇ ਧਾਗੇ ਆਪਸ ਚ ਕ੍ਰਾਸ ਵੀ ਕਰੀ ਜਾਂਦੇ ਹਨ। ਇਹ ਸਾਰਾ ਕ੍ਰਾਸਿੰਗ ਆਫ ਜਿਹੜਾ ਵਾਰਪ ਥ੍ਰੈਡ ਹੈ ਇਹ ਸਾਨੂੰ ਅਚੀਵ ਹੁੰਦੀ ਹੈ ਵਿਦ ਦੀ ਹੈਲਪ ਆਫ ਦਿਸ ਲੀਨੋ ਡਿਵਾਈਸ, ਜੋ ਕਿ ਅਸੀਂ ਕੱਪੜੇ ਦੇ ਦੋਨਾਂ ਐਜਸ ਦੇ ਉੱਤੇ ਫਿੱਟ ਕੀਤਾ ਹੁੰਦਾ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਲੀਨੋ ਸੈਲਵੇਜ ਹੈ ਅਸੀਂ ਹੈਵੀ ਫੈਬਰਿਕਸ, ਬਲੈਂਕਟਸ ਜਾਂ ਵਾਲ ਕਵਰਿੰਗ ਵਾਸਤੇ ਯੂਜ਼ ਕਰਦੇ ਹਾਂ। ਤੇ ਕੁਝ ਸ਼ਟਲਲੈਸ ਲੂਮ ਦੇ ਉੱਤੇ ਵੀ ਇਹ ਵਾਲਾ ਡਿਵਾਈਸ ਅਸੀਂ ਯੂਜ਼ ਕਰਦੇ ਹਾਂ। ਸੋ ਇਹ ਸੀ ਸੈਲਵੇਜ ਬਾਰੇ ਇੰਟਰੋਡਕਸ਼ਨ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਟਕਿੰਗ ਸੈਲਵੇਜ ਕਿਸ ਤਰ੍ਹਾਂ ਬਣਦਾ ਹੈ, ਲੀਨੋ ਸੈਲਵੇਜ ਕਿਸ ਤਰ੍ਹਾਂ ਬਣਦਾ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ।